ਨਿਮਾਣਿਆਂ ਦੀ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਔੜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਕਿ ਅਸੀਂ ਇਹ ਮਨੁੱਖਾ ਜਨਮ ਲੈ ਕੇ ਇਸ ਸੰਸਾਰ ਉੱਪਰ ਆਏ ਹਾਂ, ਕਿਉਂਕਿ ਮਹਾਰਾਜ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ, ਜਿਨ ਮਾਨਸ ਜਨਮ ਨ ਪਾਇਓ ਤਿਨ ਭਾਗ ਮੰਦੇਰਾ ਰਾਮ। ਤੇ ਉਸ ਤੋਂ ਵੀ ਵੱਡੇ ਭਾਗ ਹਨ ਕਿ ਅਜੋਕੇ ਕਲਯੁਗ ਦੇ ਭਿਅੰਕਰ ਸਮੇਂ ਦੇ ਵਿੱਚ ਸਾਡੀ ਅਗਵਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਰਹੇ ਹਨ ਤੇ ਸਾਨੂੰ ਸੱਚੀ ਸੰਗਤ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਹੈ। ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਸਮਝਾਉਣਾ ਕਰਦੇ ਹਨ ਕਿ ਇੱਕ ਮਨੁੱਖਾ ਜਨਮ ਹੀ ਅਜਿਹਾ ਜਨਮ ਹੈ ਜਿਸ ਨੂੰ ਸੋਝੀ ਹੈ ਕਿ ਆਪਣੇ ਗਿਆਨ ਇੰਦਰੇ ਤੇ ਕਰਮ ਇੰਦਰੇ ਇਹਨੇ ਕਿਵੇਂ ਵਰਤਣੇ ਹਨ। ਤੇ ਫਰਮਾਨ ਕਰਦੇ ਹਨ, 184 ਜੂਨ ਵਿੱਚ ਤਨ ਸੋ ਮਾਨਸ ਉੱਤਮ ਦੇਹੀ, ਅੱਖੀ ਵੇਖਣ ਕਰਨ ਸੁਣ, ਮੁਖ ਬੋਲਣ ਹਰ ਬਚਨ ਸਨੇਹੀ, ਹੱਥੀ ਕਾਰ ਕਮਾਵਨਾ ਪੈਰ ਚੱਲ ਸਤਸੰਗ ਮਿਲੇਹੀ। ਤੇ ਫਰਮਾਨਾ ਕਰਦੇ ਹਨ ਕਿ ਇਸ ਮਨੁੱਖਾ ਦੇਹੀ ਦੇ ਵਿੱਚ ਸਾਨੂੰ ਸੋਝੀ ਹੈ ਕਿ ਅਸੀਂ ਆਪਣੇ ਨੇਤਰ ਕਿਵੇਂ ਇਸਤੇਮਾਲ ਕਰਨੇ ਹਨ। ਇਹਨਾਂ ਨੇਤਰਾਂ ਦੇ ਨਾਲ ਅਸੀਂ ਪਰਾਇਆ ਧਨ ਨਹੀਂ ਦੇਖਣਾ। ਇਹਨਾਂ ਸਰਵਣਾਂ ਦੇ ਨਾਲ ਅਸੀਂ ਨਾਮ ਨੂੰ ਸੁਣਨ ਆਏ ਹਾਂ, ਇਹਨਾਂ ਦੇ ਨਾਲ ਅਸੀਂ ਨਿੰਦਾ ਚੁਗਲੀ ਨੂੰ ਨਹੀਂ ਸੁਣਨਾ। ਤੇ ਇਸ ਰਸਨਾ ਦੇ ਨਾਲ ਅਸੀਂ ਮਿੱਠੇ ਬਚਨ ਬੋਲਣੇ ਹਨ। ਇਹਨਾਂ ਹੱਥਾਂ ਦੇ ਨਾਲ ਅਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ ਤੇ ਇਹਨਾਂ ਪੈਰਾਂ ਦੇ ਨਾਲ ਅਸੀਂ ਸਤ ਸੰਗਤ ਦੇ ਵਿੱਚ ਆਉਣਾ ਹੈ। ਤੇ ਸੰਗਤ ਦਾ ਪ੍ਰਭਾਵ ਹਰ ਇੱਕ ਦੇ ਉੱਪਰ ਪੈਂਦਾ ਹੈ, ਚਾਹੇ ਉਹ ਜੀਵ ਕਿਸੇ ਵੀ ਉਮਰ ਦਾ ਹੋਏ, ਚਾਹੇ ਬਾਲ ਹੈ, ਚਾਹੇ ਬਿਰਧ ਹੈ ਤੇ ਚਾਹੇ ਜਵਾਨ ਹੈ। ਤੇ ਭਾਈ ਗੁਰਦਾਸ ਜੀ ਫਿਰ ਸਮਝਾਉਣਾ ਕਰਦੇ ਹਨ ਕਿ ਜਿਵੇਂ ਇੱਕ ਤਾਂਬੇ ਦੀ ਧਾਤ ਹੈ, ਉਹ ਤਾਂਬਾ ਜਿਵੇਂ ਦੀ ਸੰਗਤ ਕਰਦਾ ਹੈ ਉਵੇਂ ਦਾ ਹੀ ਉਸ ਦਾ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਮਨੁੱਖ ਜਿਵੇਂ ਦੀ ਸੰਗਤ ਕਰੇਗਾ ਉੱਦਾਂ ਦਾ ਹੀ ਉਸ ਦਾ ਰੂਪ ਹੋ ਜਾਏਗਾ। ਤੇ ਸਮਝਾਉਣਾ ਕਰਦੇ ਹਨ, ਸੋਈ ਤਾਂਬਾ ਰੰਗ ਸਿਉ ਜਿਉ ਕਹਿਆ ਹੋਏ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਪੰਘਾਰ ਪਲੋਈ, ਤਾਂਬਾ ਪਾਰਸ ਪਰਸਿਆ ਮਿਲ ਕੰਚਨ ਹੋਈ। ਕਿ ਜਿਵੇਂ ਇੱਕ ਤਾਂਬੇ ਨੂੰ ਕਲੀ ਦੇ ਨਾਲ ਮਿਲਾ ਦੋ ਤਾਂ ਕਹਿਆ ਧਾਤ ਬਣ ਜਾਂਦਾ ਹੈ। ਜੇ ਉਹ ਤਾਂਬਾ ਜਿਸਤ ਦੀ ਸੰਗਤ ਕਰੇ ਉਹ ਪਿੱਤਲ ਬਣ ਜਾਂਦਾ ਹੈ। ਜੇ ਉਹ ਸ਼ੀਸ਼ੇ ਦੀ ਸੰਗਤ ਕਰ ਲਏ ਤੇ ਉਹ ਪੰਘਾਰ ਨਾਮ ਦੀ ਇੱਕ ਧਾਤ ਬਣ ਜਾਂਦਾ ਹੈ। ਪਰ ਜੇ ਉਹੀ ਤਾਂਬਾ ਪਾਰਸ ਨਾਮਕ ਪੱਥਰ ਨੂੰ ਛੋਹ ਜਾਏ ਤੇ ਉਹ ਕੰਚਨ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਮਨੁੱਖ ਜਿਵੇਂ ਦੀ ਸੰਗਤ ਕਰੇਗਾ ਉੱਦਾਂ ਦਾ ਉਹਦਾ ਰੂਪ ਹੋ ਜਾਏਗਾ। ਤੇ ਜੇ ਮਨੁੱਖ ਸਤ ਸੰਗਤ ਸੱਚੀ ਸੰਗਤ ਨੂੰ ਪਾਰਸ ਦਾ ਵੀ ਖਿਤਾਬ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ, ਕਹਿੰਦੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਲੋਹਾ ਪਾਰਸ ਪਰਸਿਆ ਮਿਲ ਕੰਚਨ ਹੋਈ। ਕਿ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਕੰਚਨ ਹੋ ਜਾਂਦਾ ਹੈ, ਉੱਦਾਂ ਹੀ ਸੱਚੀ ਸੰਗਤ ਨਾਲ ਮਿਲ ਕੇ ਅਸੀਂ ਵੀ ਆਪਣੇ ਗੁਣ ਉਜਾਗਰ ਕਰ ਸਕਦੇ ਹਾਂ ਤੇ ਕੰਚਨ ਹੋ ਜਾਂਦੇ ਹਾਂ। ਭਗਤ ਕਬੀਰ ਜੀ ਫਰਮਾਨ ਕਰਦੇ ਹਨ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਕਿ ਜਿੱਦਾਂ ਦੀ ਅਸੀਂ ਸੰਗਤ ਕਰਾਂਗੇ ਉੱਦਾਂ ਦਾ ਹੀ ਫਲ ਸਾਨੂੰ ਖਾਣਾ ਪਏਗਾ, ਉੱਦਾਂ ਦਾ ਹੀ ਅਸੀਂ ਰੂਪ ਹੋ ਜਾਵਾਂਗੇ। ਤੇ ਇਸ ਲਈ ਮਹਾਰਾਜ ਫਰਮਾਨ ਕਰਦੇ ਹਨ ਕਿ ਸੰਗਤ ਜੇ ਕਰਨੀ ਹੈ ਤੇ ਸੱਚੀ ਕਰੋ, ਸੱਚ ਦੀ ਕਰੋ, ਤਾਂ ਕਿ ਤੁਸੀਂ ਸੱਚ ਦੀ ਸੰਗਤ ਵਿੱਚ ਸੱਚ ਦਾ ਰੂਪ ਹੋ ਜਾਓ। ਤੇ ਸੱਚੀ ਸੰਗਤ ਨੂੰ ਮਹਾਰਾਜ ਨੇ ਚੰਦਨ ਦੇ ਬਿਰਖ ਨਾਲ ਵੀ ਤੁਲਨਾ ਕੀਤੀ ਹੈ ਕਿ ਜਿਵੇਂ ਚੰਦਨ ਨੂੰ ਛੋਹ ਕੇ ਸਾਡੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਚੰਦਨ ਬਿਰਖ ਦੇ ਨੇੜੇ ਜੋ ਵੀ ਰਹਿੰਦਾ ਹੈ ਉਹ ਚੰਦਨ ਦਾ ਰੂਪ ਹੋ ਜਾਂਦਾ ਹੈ। ਇੱਦਾਂ ਹੀ ਫਰਮਾਨ ਕਰਦੇ ਹਨ, ਸਤ ਸੰਗਤ ਚੰਦਨ ਬਿਰਖ ਹੋਏ ਮਿਲ ਚੰਦਨ ਹੋਏ। ਕਿ ਸੱਚੀ ਸੰਗਤ ਵੀ ਚੰਦਨ ਦੇ ਬਿਰਖ ਵਰਗੀ ਹੈ, ਜਿਸ ਨੂੰ ਮਿਲ ਕੇ ਅਸੀਂ ਚੰਦਨ ਦਾ ਰੂਪ ਹੀ ਹੋ ਜਾਂਦੇ ਹਾਂ। ਤੇ ਹੁਣ ਫਰਮਾਨ ਕਰਦੇ ਨੇ ਕਿ ਸੱਚੀ ਸੰਗਤ ਦੀ ਕੀ ਨਿਸ਼ਾਨੀ ਹੈ, ਆਪਾਂ ਕਿੱਥੇ ਜਾਈਏ ਤੇ ਸਾਨੂੰ ਪਤਾ ਚੱਲੇ ਕਿ ਅਸੀਂ ਇਸ ਸੱਚੀ ਸੰਗਤ ਵਿੱਚ ਆਏ ਹਾਂ। ਤੇ ਸਮਝਾਉਣਾ ਕਰਦੇ ਹਨ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ। ਕਿ ਜਿੱਥੇ ਕੇਵਲ ਤੇ ਕੇਵਲ ਉਸ ਨਾਮ ਦੀ ਗੱਲ ਹੋਏ, ਕੋਈ ਦੁਬਿਧਾ ਦਵੈਤ ਈਰਖਾ ਦੀ ਗੱਲ ਨਾ ਹੋਏ, ਉਹੀ ਸੱਚੀ ਸੰਗਤ ਹੈ। ਤੇ ਸੱਚੀ ਸੰਗਤ ਦੇ ਵਿੱਚ ਹਰੀ ਆਪ ਵਸਦਾ ਹੈ।
फुरमान करते हैं, मिल सत संगत खोज दसाई, विच संगत हर प्रभ वसह जियो। सो असी हुण सच्ची संगत दे विच आन मिले हाँ, ते आओ असी 2 मिनट नेत्र बंद करके विधि राही सिमरन करिए, ताकि साडा मन जिहड़ा है विचारां तो मुक्त हो जाए, ते जो ये सरवण कर रहा है उसनों ये अपना लवे। सो सारिਆਂ ने ही नेत्र बंद करने हैं, ते वाहिगुरु गुरु मंत्र नूं दृढ़ करना है। इस गुरु मंत्र नूं दृढ़ करन दी विधि है, जदों श्वास अंदर जाए तो वाहे कहना, जदों बाहर आए तो गुरु कहना है, ते ध्यान अपनी धुन दे विच रखना है, क्योंकि महाराज फरमान करते हैं, धुन में ध्यान ध्यान में जानिया गुरमुख अकथ कहानी। ते नाल ही दस दिता कि जो असी गुरु मंत्र जपना है वो वाहिगुरु है। फरमान करते हैं, वाहिगुरु गुरु मंत्र है जप होमे खोई। सो आओ असी सारे नेत्र बंद करके रसना के द्वारा इस गुरु मंत्र नूं दृढ़ करिए। करो जी शुरू। वाहिगुरु 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 वाहिगुरु। वाहिगुरु जी का खालसा वाहिगुरु जी की फतेह। गुरबाणी गुरु सानू समझाउणा कर रहे हैं कि जे असी सच्ची संगत विच आके बैठ गए हाँ तो असी आप नहीं आए, ये भी वो मालक ही लैके आया है। जे असी कहिए कि असी आप चल के संगत विच आए हाँ तो ये गलत होएगा, क्योंकि मालक उन्होंने ही सच्ची संगत दे विच लैके आउंदा है जिस ते वो टुटदा है, जिस ते वो प्रसन्न हुंदा है। तो गुरबाणी गुरु इस गल ते मोहर लगा के कहते हैं, जय ठाकुर सुप्रसन्न पयो सत संगत तह प्यार, कि जिस ते मालक खुश हो गया वही सच्ची संगत दे विच आएगा। क्योंकि मेरे माधो जी सत संगत मिले सो तरिया, इस सच्ची संगत दे विच मिल के असी तर जाते हाँ। तो इस करके मालक जिन्हों भी तारना चाहता है उन्होंने इस सच्ची संगत दे विच लैके आ जाता है। हुण महाराज कहते हैं कि जे सच्ची संगत करनी है तो हरि दे जनां दी करो, साधुआं दी करो, गुरमुखां दी करो, संत जनां दी करो, भगत जनां दी करो। तो सानू निशानी भी दस रहे हैं कि जिहड़े साध जन हुंदे ने जिन्हां दी असीं संगत करनी है उन्हां दी की निशानी है। फुरमान करते हैं, यह निशानी साध की जित पेटत तरीए, जम कंकर नेड़ न आवई फिर बहुड़ न मरीए। कि साधु जनां दी संगत करके साडे नेड़े जम नहीं आउंदे ते बार बार सानू मरना नहीं पैंदा। ये जमन मरण का ये 84 का जोड़ा गेड़ है ये खत्म हो जाता है। तो गुरबाणी गुरु फुरमान करते हैं, साध संगत दे बुठियां लख 84 फेर मिटाई, कि जोड़ा 84 लाख का फेर है ये साडा मिट जाता है सच्ची संगत दे विच आके साधु की संगत करके। ते नाल दसिया कि इसका की फायदा है, साध के संग पाए नाम रतन, नाम रूपी रतन जिहड़ा इस शरीर दे विच साडे छुपाया गया है उसनों असी साधु की संगत के राही प्राप्त कर सकते हाँ। नाम जिमें गुरमुख दस रहे थे कि नाम नूं असी बाहर लभन जाते हाँ, पर श्री सुखमनी साहिब की बाणी विच साहिब श्री गुरु अर्जन देव जी ने दस दिता कि नौनिध अमृत प्रभ का नाम देही में इसका विश्राम, कि जिहड़ा नाम है वो बाहर नहीं है, साडी देही दे अंदर ही है।
ਤੇ ਇਸ ਦੇਹੀ ਨੂੰ, ਇਸ ਕਾਇਆ ਨੂੰ ਜਦੋਂ ਅਸੀਂ ਗੁਰੂ ਦੀ ਮੱਤ ਰਾਹੀਂ ਖੋਜਾਂਗੇ ਤੇ ਉਹ ਨਾਮ ਰੂਪੀ ਰਤਨ ਜਿਹੜਾ ਹੈ ਉਹ ਪ੍ਰਾਪਤ ਕਰਾਂਗੇ। ਤੇ ਫਰਮਾਉਂਦੇ ਹਨ, ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ, ਕਿ ਜਦੋਂ ਗੁਰੂ ਦੀ ਮੱਤ ਦੁਆਰਾ ਸੰਗਤ ਦੇ ਵਿੱਚ ਆ ਕੇ ਇਸ ਕਾਇਆ ਦੀ ਖੋਜ ਅੰਤਰਗਤ ਸ਼ੁਰੂ ਕਰਾਂਗੇ ਤੇ ਅਸੀਂ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਵਾਂਗੇ। ਫਿਰ ਫਰਮਾਨ ਕਰਦੇ ਹਨ ਕਿ ਸਾਧੂ ਦੀ ਸੰਗਤ ਦੇ ਵਿੱਚ ਅਸੀਂ ਸੰਸਾਰ ਦਾ ਤ੍ਰੈ ਗੁਣਾ ਦਾ ਭਵਜਲ ਜਿਹੜਾ ਹੈ ਉਹ ਪਾਰ ਕਰ ਸਕਦੇ ਹਾਂ। ਤੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਾਧੂ ਦੀ ਸੰਗਤ ਮਿਲੀ ਹੈ। ਫਰਮਾਨ ਕਰਦੇ ਹਨ, ਸੇ ਵੱਡ ਭਾਗੇ ਜਿਨ ਤੁਮ ਜਾਣੇ ਸਭ ਕੇ ਮਦ ਅਲਿਪਤ ਨਿਰਬਾਨੇ ਸਾਧ ਕੇ ਸੰਗ ਉਨ ਭਵਜਲ ਤਰਿਆ। ਪੰਜੇ ਦੂਤ ਤਿੰਨ ਸਾਧੇ ਜੀਓ, ਕਿ ਜਿਹੜੇ ਪੰਜ ਦੂਤ ਨੇ ਜਿਹੜੇ ਸਾਨੂੰ ਤੰਗ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੇ ਦੂਤ ਅਸੀਂ ਸਾਧ ਲੈਂਦੇ ਹਾਂ ਸਾਧੂ ਦੀ ਸੰਗਤ ਦੇ ਰਾਹੀਂ ਤੇ ਅਸੀਂ ਇਸ ਤ੍ਰੈ ਗੁਣਾ ਦੇ ਭਵਜਲ ਨੂੰ ਪਾਰ ਕਰ ਲੈਂਦੇ ਹਾਂ। ਹੁਣ ਮਹਾਰਾਜ ਫਰਮਾਨ ਕਰਦੇ ਹਨ ਕਿ ਜੇ ਤੁਸੀਂ ਸੰਗਤ ਕਰਨੀ ਚਾਹੁੰਦੇ ਹੋ ਤੇ ਉਹਨਾਂ ਦੀ ਕਰੋ ਜਿਹੜੇ ਆਪਣੇ ਮਨ ਦੀ ਅੰਮ੍ਰਿਤ ਰਸ ਖੁਰਾਕ ਲੈ ਰਹੇ ਹਨ, ਕਿਉਂਕਿ ਫਰਮਾਨ ਕਰਦੇ ਹਨ, ਮਨ ਕਾ ਤੋਸਾ ਹਰ ਨਾਮ ਹੈ, ਕਿ ਮਨ ਦੀ ਜਿਹੜੀ ਖੁਰਾਕ ਹੈ ਉਹ ਤਨ ਦੀ ਖੁਰਾਕ ਦੇ ਨਾਲੋਂ ਅਲੱਗ ਹੈ। ਉਸ ਨੂੰ ਅਸੀਂ ਹਰ ਰਸ, ਅੰਮ੍ਰਿਤ ਰਸ, ਨਾਮ ਰਸ ਕਹਿੰਦੇ ਹਾਂ, ਜਿਹੜੀ ਸਾਨੂੰ ਸੰਗਤ ਦੇ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ। ਤੇ ਮਹਾਰਾਜ ਫਰਮਾਨ ਕਰਦੇ ਹਨ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਦੱਸਦੇ ਹਨ, ਐ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਕਿ ਜਿੰਨੀ ਦੇਰ ਤੱਕ ਤੂੰ ਇਹ ਦੁਨਿਆਵੀ ਰਸਾਂ ਕਸਾਂ ਵਿੱਚ ਫਸੀ ਰਹੇਂਗੀ ਤੇਰੀ ਪਿਆਸ ਨਹੀਂ ਜਾਏਗੀ। ਪਿਆਸ ਨਾ ਜਾਏ ਜਿਚਰ ਹਰ ਰਸ ਪੱਲੇ ਨਾ ਪਾਏ, ਜਿੰਨੀ ਦੇਰ ਉਹ ਹਰੀ ਰਸ, ਉਹ ਅੰਮ੍ਰਿਤ ਰਸ ਤੂੰ ਨਹੀਂ ਪੀਏਂਗੀ ਓਨੀ ਦੇਰ ਤੱਕ ਇਹ ਪਿਆਸ ਨਹੀਂ ਜਾਏਗੀ। ਤੇ ਉਹ ਹਰ ਰਸ ਸਾਨੂੰ ਪ੍ਰਾਪਤ ਹੁੰਦਾ ਹੈ ਸੰਗਤ ਦੇ ਵਿੱਚ ਆ ਕੇ। ਤੇ ਮਹਾਰਾਜ ਫਰਮਾਨ ਕਰਦੇ ਹਨ, ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ, ਕਿ ਜੇ ਅਸੀਂ ਆਪਣੇ ਮਨ ਦੀ ਖੁਰਾਕ ਲੈਣੀ ਚਾਹੁੰਦੇ ਹਾਂ ਤੇ ਉਹ ਸਾਨੂੰ ਸਾਧੂ ਦੀ ਸੰਗਤ ਦੇ ਵਿੱਚ ਆ ਕੇ, ਸੱਚੀ ਸੰਗਤ ਦੇ ਵਿੱਚ ਆ ਕੇ ਪ੍ਰਾਪਤ ਹੋਏਗੀ। ਕਿਉਂਕਿ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤੇ ਸਾਨੂੰ ਵਿਧੀ ਦੱਸੀ ਜਾਂਦੀ ਹੈ ਕਿ ਅਸੀਂ ਸਿਮਰਨ ਕਰਕੇ ਆਪਣੇ ਮਨ ਨੂੰ ਵਿਚਾਰਾਂ ਤੋਂ ਮੁਕਤ ਕਰਨਾ ਹੈ। ਤੇ ਜਦੋਂ ਅਸੀਂ ਵਿਚਾਰਾਂ ਤੋਂ ਮਨ ਨੂੰ ਮੁਕਤ ਕਰ ਲਵਾਂਗੇ ਉਸ ਟਾਈਮ ਤੇ ਸਾਡਾ ਮਨ ਸਹਿਜ ਵਿੱਚ ਚਲਾ ਜਾਏਗਾ ਤੇ ਆਪਣੀ ਜੋ ਅੰਮ੍ਰਿਤ ਰੂਪੀ ਖੁਰਾਕ ਹੈ ਉਸ ਨੂੰ ਪ੍ਰਾਪਤ ਕਰ ਲਏਗਾ। ਹੁਣ ਮਹਾਰਾਜ ਉਦਾਹਰਨ ਦੇ ਕੇ ਸਮਝਾਉਣਾ ਕਰਦੇ ਹਨ ਕਿ ਸੰਗਤ ਦੇ ਵਿੱਚ ਆ ਕੇ ਅਸੀਂ ਸੱਚ ਦਾ ਰੂਪ ਕਿਵੇਂ ਹੋ ਜਾਂਦੇ ਹਾਂ। ਜਿਵੇਂ ਗੰਗਾ ਦੇ ਜਲ ਨੂੰ ਪਵਿੱਤਰ ਮੰਨਦੇ ਹਨ, ਜੇ ਉਸ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਗੰਦਾ ਪਾਣੀ ਮਿਲਾ ਦਈਏ ਤੇ ਉਹ ਵੀ ਮਿਲ ਕੇ ਪਵਿੱਤਰ ਹੋ ਜਾਂਦਾ ਹੈ। ਤੇ ਜਿਵੇਂ ਗੰਗਾ ਅੱਗੇ ਜਾ ਕੇ ਇੱਕ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ, ਉੱਦਾਂ ਹੀ ਉਹ ਪਾਣੀ ਵੀ ਗੰਗਾ ਦੇ ਨਾਲ ਹੀ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ। ਇੱਦਾਂ ਹੀ ਸੱਚੀ ਸੰਗਤ ਦੇ ਵਿੱਚ ਆ ਕੇ ਸਾਡਾ ਜਿਹੜਾ ਮਨ ਮੈਲਾ ਹੋ ਚੁੱਕਾ ਹੈ ਉਹਦੇ ਪਾਪ ਧੋਤੇ ਜਾਂਦੇ ਹਨ ਤੇ ਅਸੀਂ ਸੰਗਤ ਦੇ ਵਿੱਚ ਜੋ ਸਾਧੂ ਜਨ, ਗੁਰਮੁਖ ਜਨ, ਭਗਤ ਜਨ ਬੈਠੇ ਹਨ, ਇਹਨਾਂ ਦੇ ਨਾਲ ਹੀ ਅਸੀਂ ਹਰੀ ਦੇ ਵਿੱਚ ਸਮਾ ਜਾਵਾਂਗੇ। ਤੇ ਫਰਮਾਨ ਕਰਦੇ ਹਨ, ਗੁਰ ਸਿੱਖ ਸਾਧ ਸੰਗ ਰੰਗ ਮੇ ਰੰਗੀਲੇ ਪਏ ਬਾਰਨੀ ਬਿਗੰਧ ਗੰਗ ਸੰਗ ਮਿਲ ਗੰਗ ਹੈ, ਕਿ ਜਿਵੇਂ ਗੰਗਾ ਦੇ ਨਾਲ ਮਿਲ ਕੇ ਇੱਕ ਗੰਦਾ ਪਾਣੀ ਵੀ ਪਵਿੱਤਰ ਹੋ ਜਾਂਦਾ ਹੈ, ਉੱਦਾਂ ਹੀ ਸਾਡਾ ਮਨ ਜਿਹਨੂੰ ਜਨਮਾਂ ਜਨਮਾਂ ਤੋਂ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮੈਲ ਲਾਗੇ ਕਾਲਾ ਹੋਇਆ ਸ਼ਾਹੋ, ਜਿਹੜਾ ਕਾਲਾ ਸ਼ਾਹ ਹੋ ਗਿਆ ਹੈ ਸਾਡਾ ਮਨ, ਉਹਦੇ ਪਾਪ ਧੋਤੇ ਜਾਣਗੇ ਸੰਗਤ ਦੇ ਵਿੱਚ ਆ ਕੇ। ਤੇ ਮਹਾਰਾਜ ਫਰਮਾਨ ਕਰਦੇ ਹਨ ਕਿ ਇਸ ਨੂੰ ਕਿਵੇਂ ਧੋਣਾ ਹੈ। ਮਨ ਤਨ ਧੋਵੋ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਮਨ ਵਿਚਾਰਾਂ ਤੋਂ ਮੁਕਤ ਹੁੰਦਾ ਹੈ, ਉਸ ਟਾਈਮ ਤੇ ਇਹ ਧੋਤਾ ਜਾ ਰਿਹਾ ਹੁੰਦਾ ਹੈ, ਇਹਦੀ ਜਿਹੜੀ ਮੈਲ ਹੈ ਉਹ ਧੋਤੀ ਜਾ ਰਹੀ ਹੁੰਦੀ ਹੈ। ਸੋ ਆਓ ਆਪਾਂ ਫਿਰ 2 ਮਿੰਟ ਵਾਸਤੇ ਸਿਮਰਨ ਅਭਿਆਸ ਕਰੀਏ ਤਾਂ ਕਿ ਮਨ ਜਿਹੜਾ ਹੈ ਉਹ ਵਿਚਾਰਾਂ ਤੋਂ ਮੁਕਤ ਹੋਵੇ ਤੇ ਜਿਹੜੀ ਮੈਲ ਇਸ ਨੂੰ ਲੱਗੀ ਹੈ ਵਿਚਾਰਾਂ ਦੀ ਉਹ ਧੋਤੀ ਜਾਵੇ। ਸਾਰਿਆਂ ਨੇ ਨੇਤਰ ਬੰਦ ਕਰਨੇ ਹਨ ਤੇ ਅੰਤਰਗਤ ਅਸੀਂ ਕਾਇਆ ਦੀ ਖੋਜ ਕਰਨ ਆਏ ਹਾਂ, ਕਿਉਂਕਿ ਨਾਮ ਜਿਹੜਾ ਹੈ ਉਹ ਕਾਇਆ ਦੇ ਵਿੱਚ ਹੈ। ਜਦੋਂ ਅਸੀਂ ਅੰਤਰਗਤ ਹੋ ਕੇ ਨੇਤਰ ਬੰਦ ਕਰਕੇ ਸਿਮਰਨ ਅਭਿਆਸ ਕਰਾਂਗੇ ਤੇ ਅਸੀਂ ਆਪਣੇ ਅੰਤਰਗਤ ਖੋਜ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਸਾਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿੱਥੇ ਗੁਰਬਾਣੀ ਗੁਰੂ ਸਾਨੂੰ ਸੱਚੀ ਸੰਗਤ ਕਰਨ ਵਾਸਤੇ ਉਪਦੇਸ਼ ਦੇ ਰਹੇ ਹਨ, ਉੱਥੇ ਹੀ ਸਾਨੂੰ ਨਾਲ ਸਮਝਾਉਣਾ ਕਰਦੇ ਹਨ ਕਿ ਅਸੀਂ ਸਾਕਤ ਦਾ ਸੰਗ ਨਹੀਂ ਕਰਨਾ। ਜਿਹੜੇ ਮੂੜ ਮਨੁੱਖ ਨੇ, ਜਿਹੜੇ ਆਪ ਤੇ ਹਰੀ ਤੋਂ ਦੂਰ ਨੇ ਤੇ ਸਾਨੂੰ ਵੀ ਹਰੀ ਤੋਂ ਦੂਰ ਲੈ ਕੇ ਜਾਣਗੇ, ਅਸੀਂ ਉਹਨਾਂ ਦਾ ਸੰਗ ਨਹੀਂ ਕਰਨਾ। ਤੇ ਸਾਨੂੰ ਫਰਮਾਨ ਕਰਦੇ ਹਨ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਇਹ ਨਿਸਭਾਗੋ। ਕਿ ਦੁਰਜਨਾਂ ਦੀ ਤੁਸੀਂ ਸੰਗਤ ਜਿਹੜੀ ਹੈ ਉਹ ਨਹੀਂ ਕਰਨੀ। ਤੇ ਉਹ ਕਿਹੜੇ ਨੇ? ਜਿਹੜੇ ਸਾਕਤ ਨੇ, ਜਿਨ੍ਹਾਂ ਨੂੰ ਸਾਕਤ ਕਿਹਾ ਗਿਆ ਹੈ, ਦੁਰਜਨ ਕਿਹਾ ਗਿਆ ਹੈ, ਮੂਰਖ ਕਿਹਾ ਗਿਆ ਹੈ। ਤੇ ਫਰਮਾਨ ਕਰਦੇ ਹਨ, ਜਿਨ ਹਰ ਸੇਤੀ ਪ੍ਰੀਤ ਨਾ ਉਪਜੇ, ਸੇ ਸਾਕਤ ਨਰ ਕਾਚੇ। ਕਿ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ, ਉਹ ਮੂਰਖ ਹਨ, ਸਾਕਤ ਹਨ ਤੇ ਕੱਚੇ ਮਨੁੱਖ ਹਨ। ਅਸੀਂ ਉਹਨਾਂ ਦੀ ਸੰਗਤ ਨਹੀਂ ਕਰਨੀ। ਭਗਤ ਕਬੀਰ ਜੀ ਆਪਣੀ ਬਾਣੀ ਰਾਹੀਂ ਸਾਨੂੰ ਫਰਮਾਨ ਕਰਦੇ ਹਨ, ਸਮਝਾਉਣਾ ਕਰਦੇ ਹਨ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੇਰ। ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਸਾਕਤ ਦੀ ਸੰਗਤ ਕਿਵੇਂ ਹੈ। ਜਿਵੇਂ ਕੇਲੇ ਦੇ ਦਰਖਤ ਦੇ ਨੇੜੇ ਇੱਕ ਬੇਰੀ ਦਾ ਦਰਖਤ ਲਗਾ ਦਈਏ, ਕਿਉਂਕਿ ਕੇਲੇ ਦੇ ਦਰਖਤ ਦੇ ਪੱਤੇ ਵੱਡੇ ਹੁੰਦੇ ਹਨ ਤੇ ਉਹਦਾ ਤਣਾ ਲਚਕਦਾਰ ਹੋਣ ਕਰਕੇ ਜਦੋਂ ਹਨੇਰੀ ਆਉਂਦੀ ਹੈ ਉਹ ਬਹੁਤ ਤੇਜ਼ ਝੂਲਦਾ ਹੈ। ਤੇ ਜੇ ਲਾਗੇ ਬੇਰੀ ਦਾ ਦਰਖਤ ਹੋਏਗਾ ਤੇ ਉਹਦੇ ਕੰਡਿਆਂ ਦੇ ਨਾਲ ਕੇਲੇ ਦੇ ਦਰਖਤ ਦੇ ਪੱਤੇ ਜਿਹੜੇ ਨੇ ਉਹ ਪਾਟ ਜਾਣਗੇ। ਇਹੀ ਹਾਲ ਜਿਹੜਾ ਹੈ ਉਹ ਸਾਡਾ ਹੋਏਗਾ ਜੇ ਅਸੀਂ ਸਾਕਤ ਦਾ ਸੰਗ ਕਰਾਂਗੇ। ਤੇ ਫਰਮਾਨ ਕਰਦੇ ਹਨ ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਏ ਭਾਗ। ਕਿ ਅਜਿਹੇ ਸਾਕਤ ਮਨੁੱਖ ਜਿਹੜੇ ਆਪ ਹਰੀ ਤੋਂ ਦੂਰ ਨੇ ਤੇ ਤੁਹਾਨੂੰ ਵੀ ਹਰੀ ਤੋਂ ਦੂਰ ਕਰ ਦੇਣਗੇ, ਉਹਨਾਂ ਦਾ ਸੰਗ ਨਾ ਕਰੋ, ਉਹਨਾਂ ਨੂੰ ਦੇਖਦਿਆਂ ਹੀ ਭੱਜ ਜਾਓ। ਤੇ ਫਰਮਾਨ ਕਰਦੇ ਹਨ ਕਿ ਜਿੱਥੋਂ ਤੱਕ ਹੋ ਸਕੇ ਇਹਨਾਂ ਦਾ ਸੰਗ ਕਰਨ ਤੋਂ ਬਚੋ। ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕੋ ਪਾਰ ਵਸਾਏ, ਜਿਨ ਮਿਲਿਆ ਹਰ ਵਿਸਰੇ ਪਿਆਰੇ, ਮੂੰਹ ਕਾਲੇ ਉੱਠ ਜਾਏ। ਨਾਮ ਤੋਂ ਬਿਨਾਂ ਉਹ ਆਪ ਤੇ ਆਪਣਾ ਮੂੰਹ ਕਾਲਾ ਕਰਵਾ ਕੇ ਇਸ ਸੰਸਾਰ ਤੋਂ ਜਾਣਗੇ ਤੇ ਨਾਲ ਹੀ ਉਹ ਸਾਡਾ ਵੀ ਮੂੰਹ ਕਾਲਾ ਕਰਵਾ ਕੇ ਇਸ ਸੰਸਾਰ ਤੋਂ ਲੈ ਕੇ ਜਾਣਗੇ। ਤੇ ਮਹਾਰਾਜ ਫਰਮਾਨ ਕਰਦੇ ਹਨ ਕਿ ਜਿਹੜੀ ਸੰਗਤ ਹੈ, ਸੰਗਤ ਦੀ ਧੂੜ ਵੀ 68 ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੈ। ਤੇ ਭਾਈ ਨੰਦ ਲਾਲ ਜੀ ਗੁਰੂ ਘਰ ਦੇ ਬਹੁਤ ਹੀ ਪਿਆਰੇ ਗੁਰਸਿੱਖ ਫਰਮਾਨ ਕਰਦੇ ਹਨ, ਸ਼ਬਦ ਕੁਰਬਾਨ ਖਾਕ ਰਾਹੇ ਸੰਗਤ, ਦਿਲੀ ਗੋਇਆ ਅਰਜ਼ ਹਮੀ ਅਰਜ਼ ਕਰਤ। ਕਿ ਭਾਈ ਨੰਦ ਲਾਲ ਜੀ ਫਰਮਾਨ ਕਰਦੇ ਹਨ ਕਿ ਉਹ ਇਹੀ ਅਰਜ਼ ਕਰਦੇ ਹਨ ਕਿ ਉਹਨਾਂ ਨੂੰ ਗੁਰੂ ਘਰ ਦੀ ਜਿਹੜੀ ਸੰਗਤ ਹੈ ਉਸ ਦੇ ਰਾਹ ਦੀ ਵੀ ਧੂੜੀ ਮਿਲ ਜਾਵੇ।
क्योंकि इस धूड़ ਨੂੰ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਸਮਝਿਆ ਹੈ। ਤੇ ਹੁਣ ਮਹਾਰਾਜ ਫਰਮਾਨ ਕਰਦੇ ਹਨ ਕਿ ਕਈ ਸਾਕਤ ਮਨੁੱਖ ਜਿਹੜੇ ਸੱਚੀ ਸੰਗਤ ਦੇ ਵਿੱਚ ਵੀ ਆ ਜਾਂਦੇ ਹਨ ਤੇ ਉਹਨਾਂ ਦਾ ਨਿਸ਼ਾਨੀ ਕੀ ਹੈ ਕਿ ਉਹ ਇੱਥੇ ਆ ਕੇ ਸਮਾਧੀ ਲਗਾ ਕੇ ਬੈਠ ਜਾਣਗੇ, ਪਰ ਉਹਨਾਂ ਦੀ ਸਮਾਧੀ ਬਗਲੇ ਦੀ ਤਰ੍ਹਾਂ ਹੋਏਗੀ। ਜਿਵੇਂ ਬਗਲਾ ਪਾਣੀ ਵਿੱਚ ਸਮਾਧੀ ਲਗਾ ਕੇ ਬੈਠ ਤੇ ਜਾਂਦਾ ਹੈ, ਪਰ ਮਨ ਹੀ ਮਨ ਉਹਦਾ ਧਿਆਨ ਉਹਦੇ ਫੁਰਨੇ ਮਛਲੀ ਦੇ ਵਿੱਚ ਹੁੰਦੇ ਨੇ ਕਿ ਕਦੋਂ ਮਛਲੀ ਆਏ ਤੇ ਮੈਂ ਉਸ ਨੂੰ ਫੜ ਲਵਾਂ। ਇੱਦਾਂ ਹੀ ਜੇ ਸਾਕਤ ਮਨੁੱਖ ਅਜਿਹੀ ਸੰਗਤ ਦੇ ਵਿੱਚ ਆ ਜਾਂਦਾ ਹੈ, ਉਹ ਨੇਤਰ ਬੰਦ ਕਰ ਲੈਂਦਾ ਹੈ, ਪਾਠ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਪਰ ਉਹਦਾ ਜਿਹੜਾ ਮਨ ਹੈ ਉਹ ਤ੍ਰੈ ਗੁਣੀ ਵਿਚਾਰਾਂ ਦੇ ਵਿੱਚ ਫਸਿਆ ਹੁੰਦਾ ਹੈ। ਸੋ ਮਹਾਰਾਜ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਹਨ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਈਏ। ਕਿ ਉਹ ਆਪਣੇ ਸਵਾਰਥ ਲਈ ਹੀ ਪਰਮਾਤਮਾ ਦੇ ਕੋਲ ਆਉਂਦਾ ਹੈ। ਜੇ ਉਹ ਮੰਗਦਾ ਵੀ ਹੈ, ਨੇਤਰ ਬੰਦ ਕਰ ਲੈਂਦਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਤੇ ਦੁਨਿਆਵੀ ਪਦਾਰਥ ਮੰਗ ਲੈਂਦਾ ਹੈ। ਪਰ ਜੋ ਮੰਗਣਾ ਸੀ ਨਾਮ, ਉਸ ਦਾ ਉਸਨੂੰ ਚੇਤਾ ਭੁੱਲ ਜਾਂਦਾ ਹੈ, ਉਹ ਵਿਸਰ ਜਾਂਦਾ ਹੈ ਕਿ ਉਹ ਮੰਗਣ ਕੀ ਆਇਆ ਹੈ ਤੇ ਮੰਗ ਕੀ ਰਿਹਾ ਹੈ। ਮਾਇਆਵੀ ਪਦਾਰਥ ਹੈ, ਕਾਲ ਦੇ ਇਹ ਦ੍ਰਿਸ਼ਟਮਾਨ ਦੇ ਪਦਾਰਥ ਮੰਗਦਾ ਹੈ। ਪਰ ਮਹਾਰਾਜ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਹਨ, ਬਿਨ ਤੁਧ ਹੋਰ ਚੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿ ਜਿਸ ਨਾਮ ਦੇ ਨਾਲ ਸਾਡੇ ਮਨ ਦੀ ਭੁੱਖ ਲੱਥਣੀ ਸੀ, ਉਹ ਤੇ ਅਸੀਂ ਮੰਗਦੇ ਨਹੀਂ ਪਏ ਤੇ ਅਸੀਂ ਹੋਰ ਹੀ ਦੁਨਿਆਵੀ ਪਦਾਰਥ ਮੰਗ ਰਹੇ ਹਾਂ, ਜਿਨ੍ਹਾਂ ਦੇ ਵਿੱਚ ਸਿਰਫ ਦੁੱਖ ਹੀ ਦੁੱਖ ਹੈ। ਸੋ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਈਐ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕੁਰੰਗ ਬਿਖੂ ਮੁਖ ਲਾਈਐ। ਕਹਿੰਦੇ ਜੇ ਅਜਿਹੇ ਤੁਸੀਂ ਵੀ ਬਗਲੇ ਵਾਂਗ ਬਣ ਚੁੱਕੇ ਹੋ, ਸਾਕਤ ਬਣ ਚੁੱਕੇ ਹੋ, ਫਿਰ ਵੀ ਜਦੋਂ ਤੁਸੀਂ ਸੱਚੀ ਸੰਗਤ ਦੇ ਵਿੱਚ ਆਓਗੇ ਤੇ ਇਸ ਬਗਲੇ ਤੋਂ, ਇਹ ਕਾਂ ਤੋਂ ਤੁਸੀਂ ਹੰਸ ਬਣ ਜਾਓਗੇ। ਤੇ ਮਹਾਰਾਜ ਫਰਮਾਨ ਕਰਦੇ ਹਨ, ਨਾਨਕ ਮੇਲ ਮੇਲ ਸਤ ਸੰਗਤੀ, ਜਿਤ ਮਿਲੀਏ ਕਾਗ ਹੰਸ ਕਰਾਏ। ਕਿ ਜਿੱਥੋਂ ਮਿਲ ਕੇ ਇਹ ਬਗਲੇ ਤੇ ਇਹ ਕਾਂ ਹੰਸ ਹੋ ਜਾਂਦੇ ਹਨ, ਉਹ ਸੱਚੀ ਸੰਗਤ ਜਿਹੜੀ ਹੈ ਉਹ ਮੈਨੂੰ ਦੇ ਦੇ। ਇਹੀ ਸਾਰੇ ਗੁਰੂ ਸਾਹਿਬਾਨ, ਸਾਰੇ ਭਗਤ ਜਨ ਬੇਨਤੀ ਕਰਦੇ ਹਨ। ਸੋ ਜੇ ਸਾਨੂੰ ਇਹ ਸੱਚੀ ਸੰਗਤ ਮਿਲੀ ਹੈ ਤੇ ਅਸੀਂ ਇਸ ਦਾ ਲਾਹਾ ਉਠਾਉਣਾ ਹੈ। ਤੇ ਲਾਹਾ ਕੀ ਹੈ? ਮਹਾਰਾਜ ਫਰਮਾਨ ਕਰਦੇ ਹਨ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮੁਖ ਆਨ ਦਿਨ ਹਿਰਦੈ ਰਵੀਚੈ। ਕਿ ਕਲਯੁਗ ਦੇ ਵਿੱਚ ਜਿਹੜਾ ਲਾਹਾ ਹੈ ਉਹ ਹਰੀ ਦਾ ਨਾਮ ਹੈ। ਤੇ ਹਰੀ ਦੇ ਨਾਮ ਦੀ ਸਾਨੂੰ ਵਿਧੀ ਦੱਸ ਦਿੱਤੀ, ਸਾਨੂੰ ਜੁਗਤੀ ਦੱਸ ਦਿੱਤੀ ਕਿ ਅਸੀਂ ਸਾਸ ਗਰਾਸ ਇਸ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ। ਜਦੋਂ ਅਸੀਂ ਸਾਸ ਗਰਾਸ ਦ੍ਰਿੜ ਕਰਾਂਗੇ ਤੇ ਸਾਡਾ ਮਨ ਵਿਚਾਰਾਂ ਤੋਂ ਮੁਕਤ ਹੋਏਗਾ। ਇਹ ਜਿਹੜੇ ਸਵਾਸ ਨੇ, ਇਹ ਸਾਡੇ ਸਵਾਸ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਹੋਣਗੇ। ਜਦੋਂ ਇਹਨਾਂ ਦੇ ਉੱਪਰ ਕੋਈ ਵੀ ਵਿਚਾਰਾਂ ਦੀ ਮੋਹਰ ਨਹੀਂ ਲੱਗੀ ਹੋਏਗੀ, ਕੇਵਲ ਤੇ ਕੇਵਲ ਨਾਮ ਦੀ ਮੋਹਰ ਲੱਗੀ ਹੋਏਗੀ, ਤੇ ਇਹਨਾਂ ਸਵਾਸਾਂ ਦੇ ਬਦਲੇ ਹੀ ਸਾਨੂੰ ਨਾਮ ਰੂਪੀ ਰਤਨ ਮਿਲੇਗਾ। ਸੋ ਆਓ ਅਸੀਂ ਨੇਤਰ ਬੰਦ ਕਰਕੇ, ਨੇਤਰ ਕਿਉਂ ਬੰਦ ਕਰਨੇ ਹਨ? ਤਾਂ ਕਿ ਮਨ ਜਿਹੜਾ ਹੈ ਨਿਰੰਕਾਰ ਨੂੰ ਦੇਖਣ ਆਇਆ ਹੈ, ਇਹ ਕਿਸੇ ਆਕਾਰ ਨੂੰ ਦੇਖਣ ਵਾਸਤੇ ਨਹੀਂ ਆਇਆ। ਜਦੋਂ ਅਸੀਂ ਨੇਤਰ ਖੋਲਾਂਗੇ ਤੇ ਸਾਡਾ ਧਿਆਨ ਆਕਾਰਾਂ ਵਿੱਚ ਹੋਏਗਾ, ਅਸੀਂ ਆਕਾਰਾਂ ਵਿੱਚ ਨਹੀਂ ਫਸਣਾ। ਇਹ ਜਿਹੜੇ 9 ਦਰਵਾਜ਼ੇ ਬਣਾਏ ਹੋਏ ਨੇ, ਇਹ ਮਨ ਨੂੰ ਨਿਕਲਣ ਦਾ ਰਸਤਾ ਹੈ। ਇਹਨੇ ਨੇਤਰਾਂ ਦੁਆਰਾ ਨਿਕਲਣਾ ਹੈ, ਰਸਨਾ ਦੁਆਰਾ ਨਿਕਲੇਗਾ, ਕੰਨਾਂ ਦੁਆਰਾ ਨਿਕਲੇਗਾ। ਸੋ ਮਹਾਰਾਜ ਫਰਮਾਨ ਕਰਦੇ ਹਨ ਕਿ ਸਾਰੀਆਂ ਗਿਆਨ ਇੰਦਰੀਆਂ ਨੂੰ ਤੁਸੀਂ ਬੰਦ ਕਰ ਦਿਓ। ਜਦੋਂ ਇਹਨਾਂ ਨੂੰ ਬੰਦ ਕਰੋਗੇ ਫਿਰ ਮਨ ਆਪਣੇ ਘਰ ਵਿੱਚ ਟਿਕ ਜਾਏਗਾ। ਨੇਤਰਾਂ ਰਾਹੀਂ ਤੁਸੀਂ ਨੇਤਰਾਂ ਨੂੰ ਬੰਦ ਕਰੋਗੇ, ਇਹ ਆਕਾਰ ਨਹੀਂ ਦੇਖੇਗਾ। ਜਦੋਂ ਤੁਸੀਂ ਰਸਨਾ ਨੂੰ ਨਾਮ ਜਪਣ ਤੇ ਲਗਾ ਦਿਓਗੇ ਤੇ ਇਹਦੇ ਨਾਲ ਇਹ ਫਿੱਕੇ ਬੋਲ ਜਾਂ ਨਾਮ ਤੋਂ ਬਿਨਾ ਕੋਈ ਹੋਰ ਗੱਲ ਨਹੀਂ ਕਰੇਗਾ। ਤੇ ਸਰਵਣਾ ਨੂੰ ਅਸੀਂ ਆਪਣੀ ਧੁਨ ਸੁਣਨ ਦੇ ਉੱਪਰ ਲਗਾ ਦੇਣਾ ਹੈ। ਇਸ ਤਰ੍ਹਾਂ ਕਰਕੇ ਅਸੀਂ ਗਿਆਨ ਇੰਦਰੀਆਂ ਨੂੰ ਨਾਮ ਦੇ ਵਿੱਚ ਲਗਾ ਦੇਣਾ ਹੈ, ਨਾਮ ਸੁਣਨ ਲਗਾ ਦੇਣਾ ਹੈ। ਤੇ ਮਹਾਰਾਜ ਫਰਮਾਨ ਕਰਦੇ ਹਨ, ਰਸਨਾ ਉਚਰੈ ਹਰ, ਸ਼ਰਵਣੇ ਸੁਣੈ ਸੋ ਉਦਰੇ ਮੀਤਾ। ਜਦੋਂ ਅਸੀਂ ਰਸਨਾ ਦੇ ਦੁਆਰਾ ਸੁਣਾਂਗੇ, ਰਸਨਾ ਦੇ ਦੁਆਰਾ ਉਚਰਾਂਗੇ, ਸ਼ਰਵਣਾ ਦੇ ਦੁਆਰਾ ਸੁਣਾਂਗੇ ਤੇ ਸਾਡਾ ਉਦਾਰ ਹੋ ਜਾਏਗਾ। ਤਾਂ ਹੀ ਤਾਂ ਅਸੀਂ ਪਹਿਲਾਂ ਵੀ ਸਰਵਣ ਕੀਤਾ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਆਓ ਸਾਰੇ ਨੇਤਰ ਬੰਦ ਕਰਕੇ 2 ਮਿੰਟ ਵਾਸਤੇ ਸਿਮਰਨ ਅਭਿਆਸ ਕਰੋ ਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਸੱਚੀ ਸੰਗਤ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਕੀ ਹਾਂ ਤੇ ਇੱਥੇ ਕੀ ਕਰਨ ਆਏ ਹਾਂ। ਤੇ ਮਹਾਰਾਜ ਗੁਰਬਾਣੀ ਵਿੱਚ ਫੁਰਮਾਨ ਕਰਦੇ ਹਨ, ਜੇਤੇ ਜੀ ਤੇਤੇ ਵਣਜਾਰੇ, ਕਿ ਜਿੰਨੇ ਵੀ ਜੀ ਹਨ ਉਹ ਸਾਰੇ ਵਣਜਾਰੇ ਬਣ ਕੇ ਆਏ ਹਨ, ਕੋਈ ਵਣਜ ਕਰਨ ਆਏ ਹਨ। ਤੇ ਇਹ ਵਣਜ ਆਪਾਂ ਕਿਵੇਂ ਕਰਨਾ ਹੈ? ਆਪਾਂ ਪਰਮਾਤਮਾ ਤੋਂ ਸਵਾਸਾਂ ਰੂਪੀ ਧਨ ਲੈ ਕੇ ਆਏ ਹਾਂ, ਜਿਸ ਦੇ ਨਾਲ ਅਸੀਂ ਨਾਮ ਰੂਪੀ ਰਤਨ ਨੂੰ ਖਰੀਦਣਾ ਹੈ। ਤੇ ਮਹਾਰਾਜ ਫਰਮਾਨ ਕਰਦੇ ਹਨ ਕਿ ਇਹ ਜਿਹੜੇ ਸਵਾਸ ਨੇ ਇਹ ਨਾ ਤੇ ਘਟਣਗੇ ਤੇ ਨਾ ਹੀ ਵਧਣਗੇ। ਜਦੋਂ ਇਹ ਸਮਾਪਤ ਹੋਏ ਉਦੋਂ ਤੁਹਾਨੂੰ ਜਾਣਾ ਹੀ ਪੈਣਾ ਹੈ। ਤੇ ਮਹਾਰਾਜ ਫਰਮਾਨ ਕਰਦੇ ਹਨ, ਗਿਣ ਘਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲਸਾਰ, ਕਿ ਇੱਕ ਤਿਲ ਮਾਤਰ ਵੀ ਘਟਣਗੇ ਨਹੀਂ ਤੇ ਵਧਣਗੇ ਨਹੀਂ। ਇਸ ਲਈ ਸਵਾਸਾਂ ਦੇ ਹੁੰਦਿਆਂ ਅਸੀਂ ਉਸ ਨੂੰ ਮਿਲ ਲਈਏ ਜਿਹੜਾ ਇਹ ਸਵਾਸ ਦੇ ਕੇ ਸਾਨੂੰ ਜਿੰਦਿਆਂ ਰੱਖ ਰਿਹਾ ਹੈ। ਤੇ ਇਹਨਾਂ ਸਵਾਸਾਂ ਦੇ ਹੁੰਦਿਆਂ ਅਸੀਂ ਉਹ ਚੀਜ਼ ਪ੍ਰਾਪਤ ਕਰ ਲਈਏ ਜੋ ਅਸੀਂ ਪ੍ਰਾਪਤ ਕਰਨ ਆਏ ਹਾਂ, ਉਹ ਨਾਮ ਰਤਨ। ਤੇ ਨਾਮ ਰਤਨ ਦੇ ਵਾਸਤੇ ਮਹਾਰਾਜ ਫਰਮਾਨ ਕਰਦੇ ਹਨ ਕਿ ਕਈ ਤੇ ਇੱਥੇ ਕੱਚੇ ਵਪਾਰੀ ਵੀ ਨੇ ਤੇ ਕਈ ਜਿਹੜੇ ਨੇ ਉਹ ਪੱਕੇ ਵਪਾਰੀ ਨੇ, ਸੱਚੇ ਵਪਾਰੀ ਨੇ ਜਿਹੜੇ ਸੱਚ ਦਾ ਵਣਜ ਕਰਦੇ ਹਨ ਤੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਤੇ ਮਹਾਰਾਜ ਫਰਮਾਨ ਕਰਦੇ ਹਨ, ਇੱਕ ਰਤਨ ਪਦਾਰਥ ਵਣਜ ਦੇ ਇੱਕ ਕਾਚੇ ਕੇ ਵਪਾਰੀ, ਕਿ ਕਈ ਇੱਥੇ ਕੱਚੇ ਵਪਾਰੀ ਬਣ ਕੇ ਆਏ ਹਨ ਤੇ ਕਈ ਨਾਮ ਰੂਪੀ ਰਤਨ ਦੇ ਵਾਸਤੇ ਆਪਣੇ ਸਵਾਸਾਂ ਦੇ ਨਾਲ ਇਹ ਵਣਜ ਕਰਨ ਆਏ ਹਨ। ਤੇ ਮਹਾਰਾਜ ਕਹਿੰਦੇ ਹਨ ਕਿ ਇਹ ਵਣਜ ਜਿਹੜਾ ਇਹ ਆਪਾਂ ਕਿਵੇਂ ਕਰਨਾ ਹੈ? ਸਾਡੇ ਅੰਦਰ ਹੀ ਹੱਟਾਂ ਹਨ, ਸਾਡੇ ਕਾਇਆ ਦੇ ਅੰਦਰ ਹੀ ਉਹ ਦੁਕਾਨਾਂ ਹਨ ਜਿਨ੍ਹਾਂ ਤੇ ਜਾ ਕੇ ਅਸੀਂ ਵਣਜ ਕਰਨਾ ਹੈ। ਤੇ 4 ਤਰ੍ਹਾਂ ਦੀਆਂ ਹੱਟਾਂ ਫਰਮਾਨ ਕਰ ਦਿੱਤੀਆਂ, ਰਜੋ ਹੱਟ, ਤਮੋ ਹੱਟ, ਸਤੋਗੁਣ ਹੱਟ ਤੇ ਮੋਖ ਦੀ ਹੱਟ। ਹੁਣ ਰਜੋਗੁਣ, ਤਮੋਗੁਣ ਤੇ ਸਤੋਗੁਣ ਨੂੰ 3 ਗੁਣ ਵੀ ਕਹਿ ਦਿੱਤਾ। ਰਜੋਗੁਣ ਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਚਿੰਤਾਵਾਂ, ਸੰਸੇ, ਫਿਕਰ, ਇਹਨਾਂ ਦੇ ਫੁਰਨੇ ਆ ਗਏ। ਸਤੋਗੁਣ ਦੇ ਵਿੱਚ ਜਤ, ਸਤ, ਸੰਜਮ, ਦਇਆ, ਨਿਮਰਤਾ, ਸਹਿਨਸ਼ੀਲਤਾ, ਇਹ ਵਾਲੇ ਫੁਰਨੇ ਆ ਗਏ। ਤਮੋਗੁਣ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਦੁਬਿਧਾ, ਦਵੈਤ, ਈਰਖਾ ਦੇ ਫੁਰਨੇ। ਤੇ ਮੋਖ ਦੇ ਹੱਟ ਦੇ ਵਿੱਚ ਜਦੋਂ ਅਸੀਂ ਇਹਨਾਂ ਫੁਰਨਿਆਂ ਤੋਂ ਅਫੁਰ ਹੋ ਜਾਂਦੇ ਹਾਂ, ਰਹਿਤ ਹੋ ਜਾਂਦੇ ਹਾਂ, ਜਦੋਂ ਅਸੀਂ ਆਪਣੇ ਸਵਾਸਾਂ ਤੇ ਨਾਮ ਦੀ ਮੋਹਰ ਲਗਾ ਰਹੇ ਹੁੰਦੇ ਹਾਂ, ਜਾਂ ਫਿਰ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਸਾਡੇ ਸਵਾਸ ਜਿਹੜੇ ਨੇ ਉਹ ਮੋਖ ਦੇ ਹੱਟ ਤੇ ਜਮ੍ਹਾਂ ਹੋ ਜਾਂਦੇ ਨੇ, ਜਿੱਥੋਂ ਸਾਨੂੰ ਨਾਮ ਰੂਪੀ ਰਤਨ ਮਿਲਣਾ ਹੈ। ਸੋ ਮਹਾਰਾਜ ਫਰਮਾਨ ਕਰਦੇ ਹਨ ਕਿ ਅਸੀਂ ਖੋਜਦੇ ਰਹਿਣਾ ਹੈ ਤਾਂ ਕਿ ਅੰਤ ਦੇ ਸਮੇਂ ਸਾਨੂੰ ਪਛਤਾਉਣਾ ਨਾ ਪਏ ਕਿ ਅਸੀਂ ਕਿੱਥੇ ਕਿੱਥੇ ਆਪਣੇ ਸਵਾਸ ਖਰਚ ਕਰਕੇ ਆ ਗਏ ਹਾਂ। ਤੇ ਮਹਾਰਾਜ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਕਰਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਕਿ ਹਰ ਰੋਜ਼ ਤੁਸੀਂ ਖੋਜੀ ਜਾਓ ਕਿ ਅੱਜ ਜਿਹੜੇ ਸਵਾਸ ਨੇ ਇਹ ਤੁਸੀਂ ਕਿੱਥੇ ਜਮ੍ਹਾਂ ਕੀਤੇ ਹਨ। ਕਿਉਂਕਿ ਜੇ ਤੁਸੀਂ ਰਜੋਗੁਣ ਤੇ ਜਮ੍ਹਾਂ ਕਰਾਏ, ਆਸ਼ਾ, ਅਭਿਲਾਸ਼ਾਵਾਂ, ਤ੍ਰਿਸ਼ਨਾਵਾਂ, ਚਿੰਤਾਵਾਂ ਦੇ ਫੁਰਨੇ ਲਈ ਗਏ ਤੇ ਤੁਹਾਨੂੰ ਅੰਤ ਦੇ ਸਮੇਂ ਜਨਮ ਮਰਨ ਦੇ ਵਿੱਚ ਆਉਣਾ ਪਏਗਾ। ਤੇ ਤੁਹਾਨੂੰ ਮਹਾਰਾਜ ਫਰਮਾਨ ਕਰਦੇ ਹਨ ਕਿ ਭੂਮ ਲੋਕ ਦੇ ਨਿਵਾਸੀ ਬਣਾ ਦਿੱਤਾ ਜਾਏਗਾ ਅਗਲੇ ਜਨਮ ਦੇ ਵਿੱਚ। ਜੇ ਤੁਸੀਂ ਸਤੋਗੁਣ ਤੇ ਖਰਚ ਕਰਤੇ ਤੁਹਾਨੂੰ ਆਕਾਸ਼ ਲੋਕ ਦੇ ਨਿਵਾਸੀ ਬਣਾ ਦਿੱਤਾ ਜਾਏਗਾ। ਜੇ ਤਮੋਗੁਣ ਤੇ ਸਵਾਸ ਖਰਚ ਕੀਤੇ ਤੁਹਾਨੂੰ ਪਤਾਲ ਲੋਕ ਦੇ ਨਿਵਾਸੀ ਬਣਾ ਦਿੱਤਾ ਜਾਏਗਾ। ਪਰ ਜੇ ਤੁਸੀਂ ਨਾਮ 'ਚ ਸਮਾ ਗਏ ਹੋ ਤੇ ਫਿਰ ਤੁਹਾਡਾ ਆਉਣਾ ਜਾਣਾ ਖਤਮ ਹੋ ਜਾਏਗਾ। ਤੇ ਮਹਾਰਾਜ ਫਰਮਾਨ ਕਰਦੇ ਹਨ ਕਿ ਇਹਦਾ ਲੇਖਾ ਜੋਖਾ ਜਿਹੜਾ ਹੈ ਉਹ ਸਾਰਾ ਸਾਨੂੰ ਦੇਣਾ ਪੈਣਾ ਹੈ ਤੇ ਲੇਖਾ ਅਖੀਰਲੇ ਸਵਾਸ ਤੇ ਹੋਣਾ ਹੈ। ਗੁਰਬਾਣੀ ਗੁਰੂ ਸਮਝਾਉਂਦੇ ਹਨ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਉਤਰੇ, ਕਿ ਜੇ ਤੁਹਾਡਾ ਅਖੀਰਲੇ ਸਵਾਸ ਦੇ ਧਿਆਨ ਮਾਇਆ ਵੱਲ ਚਲਾ ਗਿਆ, ਪੈਸੇ ਵੱਲ ਚਲਾ ਗਿਆ ਤੇ ਤੁਹਾਨੂੰ ਸਰਪ ਦੀ ਜੂਨ ਵਿੱਚ ਪਾ ਦਿੱਤਾ ਜਾਏਗਾ। ਜੇ ਤੁਹਾਡਾ ਅਖੀਰ ਵੇਲੇ ਧਿਆਨ ਆਪਣੇ ਮੰਦਰ ਵਿੱਚ, ਆਪਣੇ ਘਰਾਂ ਵਿੱਚ, ਆਪਣੀ ਕੋਠੀ 'ਚ ਚਲਾ ਗਿਆ ਤੇ ਤੁਹਾਨੂੰ ਪ੍ਰੇਤ ਦੀ ਜੂਨ ਦੀ ਵਿੱਚ ਆਉਣਾ ਪਏਗਾ। ਜੇ ਆਪਣਾ ਧਿਆਨ ਜਿਹੜਾ ਹੈ ਤੁਹਾਡਾ ਆਪਣੇ ਇਸਤਰੀ ਵੱਲ ਜਾਂ ਮਰਦ ਵੱਲ ਚਲਾ ਗਿਆ ਤੁਹਾਨੂੰ ਵੇਸਵਾ ਦੀ ਜੂਨ ਵਿੱਚ ਆਉਣਾ ਪਏਗਾ। ਜੇ ਆਪਣੇ ਧੀਆਂ ਪੁੱਤਰਾਂ ਵੱਲ ਚਲਾ ਗਿਆ ਤੁਹਾਨੂੰ ਸੂਰ ਦੀ ਜੂਨ ਵਿੱਚ ਆਉਣਾ ਪਏਗਾ। ਪਰ ਮਹਾਰਾਜ ਫਰਮਾਨ ਕਰਦੇ ਹਨ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਬਦਨ ਤਿਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੇ ਵਸੇ, ਕਿ ਜੇ ਅਖੀਰਲੇ ਸਵਾਸ ਤੇ ਤੁਹਾਡਾ ਧਿਆਨ ਉਸ ਹਰੀ ਦੇ ਵਿੱਚ, ਪਰਮਾਤਮਾ ਦੇ ਵਿੱਚ ਚਲਾ ਗਿਆ ਤੇ ਤੁਸੀਂ ਹਮੇਸ਼ਾ ਲਈ ਉਹਦੇ ਵਿੱਚ ਸਮਾ ਜਾਓਗੇ। ਤੇ ਉਹਨਾਂ ਅਖੀਰਲਾ ਸਵਾਸ ਜਿਹੜਾ ਹੈ, ਸਵਾਸਾਂ ਦਾ ਭੇਦ ਸਿਰਫ ਪਰਮਾਤਮਾ ਨੂੰ ਹੀ ਪਤਾ ਹੈ ਕਿ ਇਹ ਅਖੀਰਲਾ ਸਵਾਸ ਕਿਹੜਾ ਹੈ, ਉਹ ਸਾਨੂੰ ਨਹੀਂ ਪਤਾ।
इसलिए महाराज फरमान करते हैं कि तुसीं हर सवास के उपर ये नाम रूपी मोहर लगाओ ताकि अखीरले समय जिहड़ा तुहाडा ध्यान है सिर्फ तो सिर्फ नारायण दे विच रहे। सो आओ जिहड़े रह गए हैं 2-4 मिनट असीं फिर अपने नेत्र बंद करके अपनी धुन दे विच ध्यान रखना है तो किरपा करके नेत्र किसी ने भी खोलने नहीं हैं। असी संगत दे विच आके जदों असी रहत मर्यादा पढ़ते हाँ तो उत्थे भी यही सानू दसिया जाता है कि असी गुरु घर दे विच किवें आना है तो गुरु घर दे विच आके साडा ध्यान केवल तो केवल गुरु विच होना चाहिए है। संगत किवें आंदी है की पा के आंदी है की कर रही है ये सब दे विच साडा ध्यान नहीं होना चाहिए क्योंकि अज तक असी आकारां विच ध्यान दिता ते आकारां विच आए हाँ ते हुण वेला है ये मानस जन्म मिलिया है कि असी निरंकार दे विच ध्यान लगाइए तो निरंकार दे विच समा जाइए। सो इस करके गुरमुख प्यारिओ संगत दे विच आके जदों सिमरन करते हाँ जां गुरबाणी सरवण करते हाँ तो नेत्र बंद करने जरूरी हैं। सो सारे गुरमुखां ने नेत्र बंद करने हैं। ध्यान सिर्फ तो सिर्फ अपनी धुन दे विच रखना है। सो करो जी शुरू। वाह गुरु 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 वाह गुरु
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇੰਨੇ ਹੀ ਵਿਚਾਰ ਕਰਦਿਆਂ ਅਤੇ ਗੁਰਬਾਣੀ ਗਾਇਨ ਕਰਦਿਆਂ ਅਨੇਕ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸੰਗਤ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗੋ ਬਖਸ਼ ਦੇਣਾ ਜੀ। ਅਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜਿਨ੍ਹਾਂ ਨੇ ਆਪਣੀ ਗੁਰਬਾਣੀ ਰੂਪੀ ਨਿਦਾਨ ਨੂੰ ਸਾਡੀ ਝੋਲੀ ਦੇ ਵਿੱਚ ਪਾਇਆ। ਤੇ ਮਹਾਰਾਜ ਫਰਮਾਨ ਕਰਦੇ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਇਹ ਗੁਰਬਾਣੀ ਗੁਰੂ ਸਾਡੇ ਵਾਸਤੇ ਹੈ, ਸਾਡੇ ਪੜ੍ਹਨ ਵਾਸਤੇ, ਸਾਡੇ ਵਿਚਾਰਨ ਵਾਸਤੇ, ਤਾਂ ਕਿ ਇਸ ਦੀ ਖੋਜ ਕਰਕੇ ਅਸੀਂ ਉਹ ਚੀਜ਼ ਪ੍ਰਾਪਤ ਕਰ ਲਈਏ ਜੋ ਇਸ ਸੰਸਾਰ ਵਿੱਚ ਪ੍ਰਾਪਤ ਕਰਨ ਵਾਸਤੇ ਮਨੁੱਖਾ ਦੇਹੀ ਵਿੱਚ ਆਏ ਹਾਂ। ਸੋ ਇਸ ਦੇ ਨਾਲ ਹੀ ਅਸੀਂ ਅਤੀ ਧੰਨਵਾਦੀ ਹਾਂ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਓ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਜੀ ਅਤੇ ਉਹਨਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਜੀ, ਜਿਨ੍ਹਾਂ ਨੇ ਗੁਰਬਾਣੀ ਗੁਰੂ ਖੋਜ ਕੇ ਇਹ ਇਕੱਠ ਕਥਾ ਜਿਹੜੀ ਹੈ ਸਾਨੂੰ ਸਰਲ ਅਰਥਾਂ ਦੇ ਵਿੱਚ ਸਮਝਣ ਗੋਚਰਾ ਕਰਾਈ ਜੀ। ਇੱਕ ਵਾਰ ਫਿਰ ਤੋਂ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀਗਾ ਨਿਸ਼ਕਾਮ ਸੇਵਕ ਜਥਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਜੀ ਵੱਲੋਂ ਵਰਸਾਏ ਹੋਏ ਸਿੰਘ ਬੀਬੀ ਸੁਮੀਤ ਕੌਰ, ਜਿਨ੍ਹਾਂ ਨੇ ਸਾਨੂੰ ਗੁਰੂ ਦੇ ਲੜ ਲਾਇਆ ਔਰ ਗੁਰਬਾਣੀ ਵਿਚਾਰਾਂ ਦੁਆਰਾ ਸਾਨੂੰ ਗੁਰੂ ਦੇ ਨਾਲ ਮਿਲਣ ਦੀ ਸਾਂਝ ਪਾਈ। ਹੁਣ ਵੀਰ ਜੀ ਜਸਕਰਨ ਸਿੰਘ ਰਸਤੇ ਦੇ ਵਿੱਚ ਹਨ, ਉਹ 2 ਮਿੰਟਾਂ ਦੇ ਵਿੱਚ ਸੰਗਤਾਂ ਦੇ ਵਿੱਚ ਪਹੁੰਚਣਗੇ। ਦਾਸ ਨੂੰ ਵੀ ਬ੍ਰਹਮ ਗਿਆਨ ਕੇਂਦਰ ਮੋਗਾ ਵਿਖੇ ਜਾਣ ਦਾ ਮੌਕਾ ਮਿਲਿਆ ਸੀ। ਅਸੀਂ